ਪਹਿਲਾਂ ਤੁਹਾਡਾ ਸਾਰਿਆਂ ਦਾ बहुत धन्यवादी भी है और माफ़ी भी मांगता है कि थोड़ा इस वेले इस वक्त तकलीफ देती है। आज बहुत ही अनहोनी घटना पंजाब दे विच वापरी है। आज असी एक पंजाब दा हीरा होनहार व्यक्ति जिन्हें मानसा मूसे वाले पिंड तो उठ के दुनिया के कोने कोने तक आपदा नाम बनाया, पंजाब की आवाज़ नूं पहुंचाउण दा काम कीता। जिन्हों अमेरिका जिहड़े रैपर है ड्रेक वर्गे फॉलो करते सन, पंजाब दा मान सीगा, साडे पंजाब दे साडी पेशाब दी शान सी। अज वो साडे विचों विछड़ गया। सानू इस गल दा बेहद अफसोस है और सानू इस गल दा भी बेहद अफसोस है, साडे कोल कोई लफ्ज नहीं है कि असी उस प्यारे सिद्धू मूसेवाले दे माँ बाप नूं जां उहनूं चाहण वालियां नूं की जवाब देवांगे कि असी सिद्धू मूसेवाले नूं बचा नहीं सके। की ऐसी गल होगी कि उन्होंने दुनिया चों जाना पिया। सो बहुत ही मनभागी घटना है और ये सारा कुछ मैं समझदा है केवल ते केवल सरकार दी नाकामी, पुलिस दी नलायकी करके वापरे। और जे नाकामी ते नलायकी पुलिस ना वरतदी तो शायद ये अनहोनी अज नहीं होनी सी। अज मैं थोनू ये भी दसना चाहना है, मैं डीजीपी साहब दी प्रेस कॉन्फ्रेंस सुनी। पंजाब दा डीजीपी एक तरफा अज प्रेस कॉन्फ्रेंस करके और 5 मिनट पंजाब की प्रेस नूं संबोधन करके केवल घटना की जानकारी दे के और गैंग वॉर का वेरवा पाके आपकी जिम्मेदारी तो मुक्त होना चाहता है और भगवंत मान सिट बना के एक 4 लाइनां का ट्वीट लिख के घटना की जानकारी दे के पंजाब के लोगों को बिना कोई जवाब दिते मुक्त होना चाहती है सरकार। मैं थोनू ये दस दिया कि जो डीजीपी जानकारी दे रहे हैं कि सानू 9mm ते 45 बोर दे कुछ उत्थे खोखे मिले है। बतौर डीजीपी नूं ये जानकारी नहीं कि उत्थे AK-94 दे भी AK-94 दे भी मैनू किसी ऑफिसर साहबान ने दसिया है कि उत्थे खाली खोखे मिले। उन्होंने कहा कि 3 तरह के वैपन सन, लेकिन उन्होंने दोवां का 9mm ते उहदा वेरवा दिता और फिर ये गल कही पंजाब के डीजीपी ने कि 2 उन्हां कोले कमांडो सन, वो लेके नहीं गए ना। जबकि मैं थोनू दस देना चाहना है कि आज सुबह
ਤਕਰੀਬਨ 8 ਵਜੇ ਮੇਰੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨਾਲ ਗੱਲ ਹੋਈ। ਮੈਂ ਹਿਮਾਚਲ ਸੀ, ਹੁਣੇ ਮੈਂ ਹਿਮਾਚਲ ਤੋਂ ਆ ਰਿਹਾ, ਔਰ ਉਹਨਾਂ ਨੇ ਮੈਨੂੰ ਚਿੰਤਾ ਜ਼ਾਹਿਰ ਕੀਤੀ ਕਿ ਸਾਡੇ ਕੋਲੇ ਹੁਣ ਕੇਵਲ 2 ਸਿਕਿਉਰਿਟੀ ਗਾਰਡ ਰਹਿ ਗਏ ਨੇ। 2 ਅੱਜ ਵਿਡਰਾਅ ਸਰਕਾਰ ਨੇ ਦੁਬਾਰਾ ਫੇਰ ਕਰ ਲਏ ਨੇ, ਜਦਕਿ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ 8 ਸਿਕਿਉਰਿਟੀ ਗਾਰਡ ਕਿ 10 ਸਿਕਿਉਰਿਟੀ ਗਾਰਡ ਸਿੱਧੂ ਮੂਸੇਵਾਲੇ ਕੋਲੇ ਸਨ। ਇੱਕ ਗੱਡੀ ਵੀ ਸੀ ਉਹਨਾਂ ਕੋਲੇ ਜਿਪਸੀ ਦੇ ਰੂਪ ਦੇ ਵਿੱਚ ਸਿਕਿਉਰਿਟੀ ਵਾਸਤੇ। ਜਦੋਂ ਸਰਕਾਰ ਬਣੀ, ਕਿਉਂਕਿ ਉਹ ਸਰਕਾਰ ਦੇ ਖਿਲਾਫ ਚੁਣਾਵ ਲੜੇ ਸਨ, ਔਰ ਜੋ ਸਰਕਾਰ ਦਾ ਵਤੀਰਾ ਸੀ, ਤੁਸੀਂ ਪਿਛਲੇ ਦਿਨਾਂ 'ਚ ਜਦੋਂ ਉਹਨਾਂ ਨੇ ਇੱਕ ਗਾਣਾ ਕੱਢਿਆ, ਤੁਸੀਂ ਦੇਖਿਆ ਹੋਣਾ, ਜੋ ਸਰਕਾਰ ਦਾ ਵਤੀਰਾ ਸੀ। ਫਿਰ 4 ਸਿਕਿਉਰਿਟੀ ਗਾਰਡ ਵਾਪਸ ਲੈ ਲਏ ਗਏ, ਔਰ ਹੁਣ ਘੱਲੂਘਾਰਾ ਦੇ ਨਾਮ ਤੇ 2 ਸਿਕਿਉਰਿਟੀ ਗਾਰਡ ਹੋਰ ਵਾਪਸ ਲੈ ਲਏ ਗਏ। ਜਦਕਿ ਹੋਮ ਮਿਨਿਸਟਰ ਸਾਹਿਬ ਸਾਬਕਾ ਤੁਹਾਨੂੰ ਵਿਸਤਾਰਪੂਰਵਕ ਦੱਸਣਗੇ, ਇਹਨਾਂ ਦੇ ਆਫੀਸਰ ਸਾਹਿਬਾਨਾਂ ਕੋਲੇ ਅੱਜ ਤੋਂ 1.5 ਵਰ੍ਹੇ ਪਹਿਲਾਂ ਰॉ ਤੇ ਇੰਟੈਲੀਜੈਂਸੀ ਦੀ ਰਿਪੋਰਟ ਦੇ ਮੁਤਾਬਕ, ਇੰਟੈਲੀਜੈਂਸੀ ਰਿਪੋਰਟ ਨਾ ਕਿ CID ਰਿਪੋਰਟ ਤੇ ਰॉ ਰਿਪੋਰਟ, ਇਹ ਐਵੀਡੈਂਸ ਡਾਕੂਮੈਂਟਸ ਹੈਗੇ ਨੇ। ਮਾਨਯੋਗ DGP ਸਾਹਿਬ ਨੇ ਇਹਨਾਂ ਬਾਰੇ ਬਿਲਕੁਲ ਤੁਹਾਨੂੰ ਚਾਨਣ ਨਹੀਂ ਪਾਇਆ, ਔਰ ਮਿਸਟਰ ਡੋਕੇ ਨੂੰ ਇਸ ਗੱਲ ਦਾ ਜਾਣਕਾਰੀ ਹੈਗੀ ਹੈ ਕਿ ਰॉ ਔਰ ਇੰਟੈਲੀਜੈਂਸੀ ਨੇ ਕਿਹਾ ਸੀ ਕਿ ਸੁਮੇਧ ਸੈਣੀ ਨੂੰ ਤੇ ਸਿੱਧੂ ਮੂਸੇਵਾਲੇ ਨੂੰ ਦੀ ਜਾਨ ਨੂੰ ਖਤਰਾ ਹੈਗਾ। ਇਸੇ ਕਰਕੇ ਉਸ ਵੇਲੇ ਦੇ DGP ਨੇ ਸਿਕਿਉਰਿਟੀ ਮੁਹੱਈਆ ਕਰਾਈ ਸੀ। ਔਰ ਮੈਨੂੰ ਇਹ ਵੀ ਚੇਤੇ ਹੈ, ਅੱਜ ਵੀ ਮਿਸਟਰ ਚੌਹਾਨ ਜਿਹੜੇ ਨੇ OCO ਨੂੰ ਹੈਡ ਕਰਦੇ ਨੇ, ਇਹ ਮੈਨੂੰ ਸ਼ੁਭਦੀਪ ਨੇ ਆ ਕੇ ਦੱਸਿਆ ਕਿ ਮੈਨੂੰ ਮਿਸਟਰ ਚੌਹਾਨ ਨੇ ਕਿਹਾ ਕਿ ਬਚ ਕੇ ਰਹੀ, ਤੇਰਾ ਐਂਬੁਸ਼ ਵੀ ਲੱਗ ਸਕਦਾ ਹੈ, ਯਾਨੀ ਕਿ ਤੈਨੂੰ ਘੇਰ ਕੇ ਮਾਰਿਆ ਜਾ ਸਕਦਾ ਹੈ। ਕਿਉਂਕਿ ਮੈਂ ਇਹ ਉਹਨਾਂ ਦੀ ਫੈਮਿਲੀ ਦੇ ਨਾਲ ਮੇਰਾ ਕਾਫੀ ਵਾਰਤਾਲਾਪ ਹੁੰਦੀ ਰਹਿੰਦੀ ਹੈ। ਉਹਨਾਂ ਦੇ ਪਿਤਾ ਜੀ ਸਾਡੇ ਸਰਪੰਚ ਸਨ ਜਦੋਂ ਮੈਂ ਪਾਰਲੀਮੈਂਟ ਦਾ ਚੁਣਾਵ ਲੜਿਆ। ਸੋ ਇਹ ਸਾਰੀ ਜਾਣਕਾਰੀ ਦੇ ਬਾਵਜੂਦ ਵੀ 2 ਸਿਕਿਉਰਿਟੀ ਗਾਰਡ ਲਏ। ਤੇ ਅੱਜ ਜਦੋਂ ਮੈਂ ਹੁਣ ਘਟਨਾ ਦੇ ਬਾਰੇ ਪਤਾ ਕੀਤਾ ਵੀ ਸਿੱਧੂ ਆਪਦੇ ਸਿਕਿਉਰਿਟੀ ਗਾਰਡ ਕਿਉਂ ਨਹੀਂ ਲੈ ਕੇ ਗਿਆ, ਤਾਂ ਮੈਨੂੰ ਉਹਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ 2 ਹੀ ਸਿਕਿਉਰਿਟੀ ਗਾਰਡ ਸਨ ਤੇ ਦੋਵੇਂ ਸਿਕਿਉਰਿਟੀ ਗਾਰਡਾਂ ਨੇ ਇਹ ਗੱਲ ਕਹੀ ਕਿ ਅਸੀਂ ਬਾਈ ਜੀ ਥੱਕੇ ਹਾਂ, ਜੇ ਤੁਸੀਂ ਇਜਾਜ਼ਤ ਦਿਓ ਤਾਂ ਅਸੀਂ ਆਰਾਮ ਕਰ ਲਈਏ। ਕਿਉਂਕਿ ਤੁਸੀਂ ਆਪ ਸਮਝਦੇ ਹੋ, ਜਿਹਦੇ ਕੋਲੇ 2 ਸਿਕਿਉਰਿਟੀ ਗਾਰਡ ਹੋਣ ਤੇ ਜਿਹਨੂੰ ਰॉ ਤੇ ਇੰਟੈਲੀਜੈਂਸੀ ਦੇ ਬਾਰੇ ਜੋ ਉਹਨਾਂ ਨੇ ਦੱਸਿਆ ਹੋਵੇ ਕਿ ਥ੍ਰੈਟ ਹੈ, ਉਹ 24 ਘੰਟੇ ਕਿੱਦਾਂ ਡਿਊਟੀ ਕਰ ਸਕਦੇ ਨੇ। ਔਰ ਜਿਹੜੇ ਸਿਕਿਉਰਿਟੀ ਵਾਹੀਕਲ ਦੀ ਇਹ ਗੱਲ ਕਰਦੇ ਨੇ, ਤੁਸੀਂ ਆਪ ਇਸ ਗੱਲ ਤੇ ਗੌਰ ਫਰਮਾਓ ਕਿ ਜਿਹੜਾ ਵਿਅਕਤੀ ਆਪਦੇ ਪੈਸਿਆਂ ਨਾਲ ਬੁਲਟ ਪ੍ਰੂਫ ਕਾਰ, ਜਿਹਦੀ ਗੱਲਬਾਤ DGP ਸਾਹਿਬ ਨੇ ਦੱਸੀ, ਉਹ ਸਰਕਾਰ ਦੀ ਬੁਲਟ ਪ੍ਰੂਫ ਗੱਡੀ ਨਹੀਂ ਸੀ, ਸਰਕਾਰ ਨੇ ਨਹੀਂ ਦਿੱਤੀ। ਉਹ ਸਿੱਧੂ ਮੂਸੇਵਾਲੇ ਨੇ ਆਪਦੇ ਰਿਸੋਰਸਿਸ ਦੇ ਨਾਲ ਆਪਦੀ ਜਾਨ ਨੂੰ ਬਚਾਉਣ ਵਾਸਤੇ ਕਿ ਮੈਂ ਜਿਉਂਦਾ ਰਵਾਂ, ਉਹ ਆਪਦੀ ਗੱਡੀ ਬੁਲਟ ਪ੍ਰੂਫ ਕਰਾਈ। ਮੈਂ ਇੱਥੇ ਇਹ ਵੀ ਪੁੱਛਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ DGP ਨੂੰ ਇਹ ਬਹੁਤ ਚਿੰਤਾ ਹੈ ਕਿ ਕੇਜਰੀਵਾਲ ਸਾਹਿਬ ਨੂੰ ਸਿਕਿਉਰਿਟੀ ਚਾਹੀਦੀ ਹੈ। ਉਹਨਾਂ ਨੇ ਲਿਖਿਆ ਵੀ, ਦਿੱਲੀ ਕਮਿਸ਼ਨਰ ਨੂੰ ਲਿਖਿਆ, ਉਹਨਾਂ ਨੇ ਕਿਹਾ ਕਿ ਆਲਰੇਡੀ ਇਹਨਾਂ ਕੋਲੇ Z+ ਸਿਕਿਉਰਿਟੀ ਹੈ।
ਇਸ ਦੇ ਬਾਵਜੂਦ ਵੀ 90 ਅਧਿਕਾਰੀ ਕੇਜਰੀਵਾਲ ਸਾਹਿਬ ਨਾਲ ਚੱਲਦੇ ਨੇ ਪੰਜਾਬ ਦੇ। ਇਸ ਦੇ ਬਾਵਜੂਦ 45 ਅਧਿਕਾਰੀ ਚੱਡਾ ਨਾਲ ਚੱਲਦੇ ਨੇ ਔਰ ਕਈ ਪਰਿਵਾਰਕ ਮੈਂਬਰਾਂ ਨਾਲ 20 25 ਲੋਕ ਮੁੱਖ ਮੰਤਰੀ ਸਾਹਿਬ ਦੇ ਪਰਿਵਾਰਕ ਮੈਂਬਰਾਂ ਨਾਲ ਚੱਲਦੇ ਨੇ। ਔਰ ਪੁੱਛਣ ਵਾਲੀ ਗੱਲ ਹੈ ਕਿ ਘੱਲੂਘਾਰੇ ਦੇ ਨਾਮ ਤੇ ਡੀਜੀਪੀ ਪੰਜਾਬ ਨੇ, ਜਿਹਨੂੰ ਕੋਈ ਖਤਰਾ ਨਹੀਂ ਹੈ, ਉਹਨੇ ਆਪਦੀ ਸਿਕਿਉਰਿਟੀ ਤੋਂ ਕਿੰਨੇ ਸਿਕਿਉਰਿਟੀ ਦੇ ਬੰਦੇ ਵਿਡਰਾ ਕੀਤੇ, ਕਿੰਨੇ ਕੇਜਰੀਵਾਲ ਸਾਹਿਬ ਦੀ ਸਿਕਿਉਰਿਟੀ ਤੋਂ ਕੀਤੇ, ਕਿੰਨੇ ਚੱਡਾ ਦੀ ਤੋਂ ਕੀਤੇ। ਕੇਵਲ ਸਿੱਧੂ ਮੂਸੇਵਾਲਾ ਹੀ ਬਚਿਆ ਸੀ ਕਿ ਉਹਨਾਂ ਦੇ ਸਿਕਿਉਰਿਟੀ ਗਾਰਡ ਤੁਸੀਂ ਵਿਡਰਾ ਕਰੋ। ਇਹਦੇ ਪਿੱਛੇ ਵੱਡੇ ਰਾਜ ਹਨ, ਜਾਂਚ ਦੀ ਜ਼ਰੂਰਤ ਹੈ। ਸਿਟਿੰਗ ਜੱਜ ਦੇ ਅੰਡਰ, ਨਾ ਕਿ ਸਿੱਟ ਦੇ ਅੰਡਰ। ਜਿਹੜਾ ਡੀਜੀ ਇਹ ਨਹੀਂ ਦੱਸਦਾ ਕਿ ਉੱਥੇ AK-94 ਵੀ ਚੱਲੀ ਹੈ, ਉਹ ਡੀਜੀ ਤੋਂ ਇਨਸਾਫ ਦੀ ਕੀ ਮੰਗ ਕੀਤੀ ਜਾ ਸਕਦੀ ਹੈ? ਸਿਟਿੰਗ ਜੱਜ ਦੇ ਤਹਿਤ NIA ਦੇ ਕੋਲੋਂ ਇਹ ਜਿਹੜੀ ਜਾਂਚ ਹੋਣੀ ਚਾਹੀਦੀ ਹੈ। ਇਹ ਸਿਆਸੀ ਕਤਲ ਹੋਇਆ ਹੈ, ਇਟਸ ਅ ਪੋਲੀਟੀਕਲ ਮਰਡਰ। ਕਿਉਂਕਿ ਸਰਕਾਰ ਨੂੰ ਇਹ ਸ਼ੰਕਾ ਸੀ ਕਿ ਸਿੱਧੂ ਮੂਸੇਵਾਲਾ ਸੰਗਰੂਰ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹੋ ਸਕਦਾ ਹੈ। ਹੁਣੇ ਇੱਕ ਦਿੱਲੀ ਦੇ ਕਿਸੇ MLA ਨੇ, ਆਮ ਆਦਮੀ ਪਾਰਟੀ ਦੇ ਨੇ, ਟਵੀਟ ਕੀਤਾ, ਕਹਿੰਦਾ ਹੋ ਸਕਦਾ ਕਿ ਸਿੱਧੂ ਮੂਸੇਵਾਲੇ ਨੂੰ ਉਹਦੇ ਸਾਥੀਆਂ ਨੇ ਹੀ ਮਾਰਿਆ ਹੋਵੇ। ਤੇ ਡੀਜੀਪੀ ਸਾਹਿਬ ਕਹਿ ਰਹੇ ਕਿ ਨਹੀਂ, ਇਹ ਗੈਂਗ ਵਾਰ ਦਾ ਹਿੱਸਾ ਬਣ ਗਏ ਨੇ। ਔਰ ਡੀਜੀਪੀ ਸਾਹਿਬ, ਜਦੋਂ ਤੁਸੀਂ ਇਹ ਸਿਕਿਉਰਿਟੀ ਥ੍ਰੈਟ ਜਿਹਨੂੰ ਹੈਗਾ, ਇਹ ਤੁਹਾਡਾ ਫਰਜ਼ ਬਣਦਾ ਤੁਹਾਡੇ ਆਫੀਸਰਾਂ ਦਾ ਦੱਸਣ ਦਾ ਕਿ ਫਲਾਂ ਬੰਦੇ ਨੂੰ, ਤੈਨੂੰ ਭਾਈ ਸਿਕਿਉਰਿਟੀ ਥ੍ਰੈਟ ਹੈ। ਜਦੋਂ ਤੁਸੀਂ ਇੱਕ ਬੰਦੇ ਤੋਂ 8 ਤੋਂ 4 ਕਰਤੇ, 4 ਤੋਂ 2 ਲੈ ਲਏ, ਤੇ ਹੋ ਸਕਦਾ ਸਿੱਧੂ ਮੂਸੇਵਾਲਾ ਇਹ ਸਮਝਦੇ ਹੋਣ ਕਿ ਮੈਨੂੰ ਥ੍ਰੈਟ ਪਰਸੈਪਸ਼ਨ ਇੱਕ ਖਤਮ ਹੋ ਗਿਆ, ਹੁਣ ਮੈਨੂੰ ਥ੍ਰੈਟ ਨਹੀਂ ਰਿਹਾ। ਇਹ ਡਿਊਟੀ ਕਿਹਦੀ ਬਣਦੀ ਸੀ? ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਮੈਂ ਸਮਝਦਾ ਕਿ ਸਰਕਾਰ ਨੂੰ ਸਟੈਪ ਡਾਊਨ ਹੋਣਾ ਚਾਹੀਦਾ ਹੈ। ਔਰ ਪੰਜਾਬ ਦੇ ਅੰਦਰ ਜੋ ਹਾਲਾਤ ਹਨ, ਪਿਛਲੇ 2 ਮਹੀਨਿਆਂ 'ਚ 40 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਦਿਨ ਦਿਹਾੜੇ। ਸੰਦੀਪ ਸੰਧੂ ਜੀ ਮੇਰੇ ਨਾਲ ਗੱਲ ਕਰ ਰਹੇ ਸੀ, ਇਹ ਕਹਿੰਦੇ ਕਿ ਅੱਤਵਾਦ ਦੇ ਸਮੇਂ ਇੰਨਾ ਡਰ ਨਹੀਂ ਲੱਗਿਆ, ਹੁਣ ਸਾਨੂੰ ਆਪਦੀਆਂ ਜਾਨਾਂ ਮਹਿਫੂਜ਼ ਲੱਗਦੀਆਂ ਹੀ ਨਹੀਂ, ਸਾਨੂੰ ਡਰ ਲੱਗਣ ਲੱਗ ਪਿਆ। ਅਗਰ ਇਹੋ ਜਿਹੇ ਪਾਪੂਲਰ ਲੋਕ ਜਿਨ੍ਹਾਂ ਨੂੰ ਦਿਨ ਦਿਹਾੜੇ ਚੌਂਕ ਦੇ ਵਿੱਚ ਕੋਈ ਮਾਰ ਦੇਗਾ, ਤਾਂ ਫਿਰ ਆਮ ਜਨਤਾ ਦਾ ਕੀ ਹੋਏਗਾ? ਇਹ ਜਿਹੜੀ ਫੋਕੀ ਸ਼ੌਹਰਤ ਸਰਕਾਰ ਬਣਾ ਰਹੀ ਹੈ, ਅਖਬਾਰਾਂ ਤੇ ਚੈਨਲਾਂ 'ਚ ਦੱਸ ਰਹੀ ਹੈ ਕਿ ਮੈਂ ਫਲਾਣੇ ਦੀ ਸਿਕਿਉਰਿਟੀ ਵਿਡਰਾ ਕਰ ਲਈ, ਫਲਾਂ ਕਾਂਗਰਸੀ ਦੀ ਕਰ ਲਈ। ਅਜੀਰਾ ਸਾਹਿਬ ਤੋਂ ਇੱਕ ਗਨਮੈਨ ਕੱਲ ਵਾਪਸ ਲੈ ਲਿਆ ਕਿ ਇਹਨਾਂ ਨੂੰ ਗਨਮੈਨ ਦੀ ਲੋੜ ਨਹੀਂ ਹੈ, 2 ਗਨਮੈਨ ਸੀਗੇ। ਇਹ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਕਾਂਗਰਸ ਦੇ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅੱਤਵਾਦ ਦੇ ਸਮੇਂ ਸੰਤਾਪ ਹੋ ਗਿਆ। ਸੋ ਮੈਂ ਸਮਝਦਾ ਫਿਰ ਸਿਕਿਉਰਿਟੀ ਲੈ ਕੇ ਅਖਬਾਰਾਂ 'ਚ ਵਾਹ ਕਰਾਉਣੀ ਗੱਲ, ਮੀਡੀਆ ਨੂੰ ਦੱਸਣਾ, ਇਹ ਆਪਣੇ ਆਪ ਸੁਚੇਤ ਕਰਨਾ ਹੈ ਕਿ ਭਾਈ ਹੁਣ ਇਹਦੇ ਕੋਲ ਸਿਕਿਉਰਿਟੀ ਨਹੀਂ ਰਹੀ, ਜੋ ਤੁਸੀਂ ਵਾਰਦਾਤ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ। ਨਾ ਕੇਵਲ ਗਵਰਨਰੀ ਰਾਜ ਲੱਗਣਾ ਚਾਹੀਦਾ ਹੈ, ਸਰਕਾਰ ਨੂੰ ਸਟੈਪ ਡਾਊਨ ਹੋਣਾ ਚਾਹੀਦਾ ਹੈ। ਡੀਜੀਪੀ ਪੰਜਾਬ ਤੇ ਵੀ ਮੈਂ ਸਮਝਦਾ ਹੈ ਕਿ ਮੁਕੱਦਮਾ ਦਰਜ ਹੋਣਾ ਚਾਹੀਦਾ। 120(b) ਦੇ ਤਹਿਤ ਕਿਤੇ ਨਾ ਕਿਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਨਲਾਇਕੀ ਹੈ, ਇਹ ਤੈਅ ਕਰਨਾ ਚਾਹੀਦਾ ਔਰ ਕਾਰਵਾਈ ਕਰਨੀ ਚਾਹੀਦੀ ਹੈ। ਔਰ ਉਹ ਡੀਜੀਪੀ ਜਿਹਦੇ ਕੋਲ ਇਹ ਟਾਈਮ ਨਹੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ, ਪੰਜਾਬ ਦੇ ਵਿੱਚ ਇੰਨੀ ਵੱਡੀ ਘਟਨਾ ਵਾਪਰੀ ਹੋਵੇ
ਇਹੋ ਜਿਹੇ ਡੀਜੀਪੀ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ। ਇਹ ਮੇਰੀ ਮੰਗ ਹੈ। ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਤੁਹਾਨੂੰ ਸਾਡੇ ਫਾਰਮਰ ਡਿਪਟੀ ਚੀਫ ਮਿਨਿਸਟਰ ਪੰਜਾਬ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹ ਵੀ ਤੁਹਾਨੂੰ ਸੰਬੋਧਨ ਕਰਨਗੇ। ਪ੍ਰਧਾਨ ਜੀ ਨੇ ਜਿਵੇਂ ਬੜਾ ਵਿਸਤਾਰਪੂਰਵਕ ਕੰਮ ਦੱਸਿਆ, ਪਹਿਲਾਂ ਵੀ ਆਪਣੀ 1-to-1 ਵੀ ਕਾਫੀ ਚੈਨਲਾਂ ਤੇ ਹੋ ਗਈ ਗੱਲ। ਸਿੱਧੂ ਮੂਸੇਵਾਲੇ ਦਾ ਜਾਣਾ ਪੰਜਾਬ ਦੇ ਨੌਜਵਾਨਾਂ ਲਈ ਬਹੁਤ ਵੱਡਾ ਘਾਟਾ। ਇਕੱਲਾ ਇਹ ਵੀ ਅਸੀਂ ਕਿ ਕਾਂਗਰਸ ਦਾ ਲੀਡਰ ਸੀ, ਇਹ ਪੰਜਾਬ ਦੇ ਯੂਥ ਦਾ ਲੀਡਰ ਸੀ। ਮੈਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਮਾਨ ਸਾਹਿਬ, ਜਦੋਂ ਤੁਸੀਂ ਪਹਿਲੀ ਇਲੈਕਸ਼ਨ ਲੜੇ ਸੀ, ਤੁਹਾਡੀ ਵੀ ਜ਼ਮਾਨਤ ਜ਼ਬਤ ਹੋ ਗਈ ਸੀ ਤੇ ਬਾਅਦ 'ਚ ਤੁਸੀਂ ਲੀਡਰ ਬਣੇ। ਇਹ ਸਾਡਾ ਫਿਊਚਰ ਸੀ, ਕਾਂਗਰਸ ਪਾਰਟੀ ਦਾ, ਪੰਜਾਬ ਦੇ ਲੋਕਾਂ ਦਾ ਫਿਊਚਰ ਸੀ। ਜਿਹੜੀ ਸਿਕਿਉਰਿਟੀ ਦੀ ਗੱਲ ਕੀਤੀ ਹੈ, ਮੈਂ ਜਦੋਂ ਮੈਨੂੰ ਮੇਰੇ ਕੋਲ 1 ਸਾਲ ਕੁਲਵੀਰ ਜੀ ਦਾ ਨਾਲ ਆਇਆ ਸੀ ਤੇ ਉਸ ਟਾਈਮ ਇਹਨੇ ਦੱਸਿਆ ਕਿ ਮੇਰੇ ਕੋਲ ਇਹ ਹੈਗੀ ਆ, ਤੇ ਇਹਨਾਂ ADGP ਸਿਕਿਉਰਿਟੀ ਜਿਹੜੇ ਸੀ ਉਹਨਾਂ ਨੂੰ ਕਿਹਾ ਗਿਆ। ਉਸ ਵੇਲੇ ਇਹਨਾਂ ਦੀ ਸਿਕਿਉਰਿਟੀ ਵਧਾਈ ਗਈ। ਜਿਹੜਾ ਪੇਪਰ ਦੇ ਵਿੱਚ ਆਉਣਾ ਤੁਸੀਂ ਵੀ ਦੇਖਿਆ ਹੋਣਾ, ਜਿਹੜਾ ਤੁਹਾਨੂੰ ਆਇਆ ਸਾਰੇ ਕੱਢ ਲਓ, ਜਿਹਦੇ ਉੱਤੇ ਲਿਖਿਆ ਕਿ ਇਹਦੀ ਸਿਕਿਉਰਿਟੀ ਵਿਡਰਾ, ਉਹਦੇ ਉੱਪਰ ਸੀਕ੍ਰੇਟ ਲਿਖਿਆ। ਇਹ ਆਫੀਸ਼ੀਅਲ ਸੀਕ੍ਰੇਟ ਐਕਟ ਆ, ਜਿਹਦੇ ਅੰਡਰ ਇਹ ਕਿਸੇ ਦੀ ਸਿਕਿਉਰਿਟੀ ਤੁਸੀਂ ਡਿਸਕਲੋਜ਼ ਨਹੀਂ ਕਰ ਸਕਦੇ। DGP ਸਿਕਿਉਰਿਟੀ, DGP ਪੁਲਿਸ, ਇਹਨਾਂ ਦੋਨਾਂ ਤੇ ਇਮੀਡੀਏਟਲੀ FIR ਹੋਣੀ ਚਾਹੀਦੀ ਆ ਕਿ 427 ਬੰਦਿਆਂ ਦੀ ਜਿਹੜੀ ਹੁਣ ਇਹਨਾਂ ਡਿਸਕਲੋਜ਼ ਕੀਤੀ ਤੇ ਇਹਦੇ ਤੋਂ ਪਹਿਲਿਆਂ ਦੀ ਜਿਹੜੀ ਕੀਤੀ ਆ, ਇਹਨਾਂ ਲੋਕਾਂ ਨੂੰ ਉਕਸਾਉਣ ਲਈ ਕਿ ਉਹ ਇਨਸਿਕਿਉਰ ਹੋ ਜਾਣ, ਥ੍ਰੈਟ ਜ਼ਿਆਦਾ ਉਹਨਾਂ ਲਈ ਵੱਧ ਗਿਆ। ਦੂਸਰੀ ਚੀਜ਼ ਜਿਹੜੀ ਆ, ਇਹ DGP ਨੇ ਮੇਰੇ ਖਿਆਲ, ਪ੍ਰਧਾਨ ਜੀ ਤੁਸੀਂ 5 ਮਿੰਟ ਜ਼ਿਆਦਾ ਕਹਿ ਗਏ ਹੋ, ਆ ਪ੍ਰੈਸ ਵਾਲਿਆਂ ਨੂੰ ਪੁੱਛੋ, ਮੇਰਾ ਖਿਆਲ 1.5 ਮਿੰਟ ਜਾਂ 4 ਮਿੰਟ DGP ਨੇ ਉਹ ਪ੍ਰੈਸ ਕਾਨਫਰੰਸ ਕੀਤੀ ਆ। ਇਹ ਬੜੀ ਸ਼ਰਮ ਵਾਲੀ ਗੱਲ ਆ ਕਿ ਉਸ ਸੂਬੇ ਦਾ DGP ਜਿਹੜਾ ਹਮੇਸ਼ਾ ਹੀ ਹਿੰਦੁਸਤਾਨੀ ਵਰਲਡ ਦੇ ਵਿੱਚ, ਇਹ ਪੰਜਾਬ ਪੁਲਿਸ ਇੱਥੋਂ ਦੀ ਮਜ਼ਬੂਤ ਮੰਨੀ ਗਈ ਆ, ਤੇ ਉੱਥੋਂ ਦਾ DGP ਜਿਹਦੀਆਂ ਲੱਤਾਂ 'ਚ ਦਮ ਨਾ ਹੋਵੇ, ਉਹ ਪ੍ਰੈਸ ਦੇ ਸਵਾਲਾਂ ਦਾ ਜਵਾਬ ਨਾ ਦੇ ਕੇ ਉੱਠੇ, 1 ਸਾਈਡਡ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਏ, ਜਿਹੜਾ ਇਹ ਵੀ ਨਹੀਂ ਦੱਸ ਸਕਿਆ ਕਿ AK-47 ਉਹ ਆਫੀਸ਼ੀਅਲ ਹੋ ਸਕਦੀ ਹੈ ਕਿ ਜਾਂ ਪ੍ਰਾਈਵੇਟ ਆ। 94 ਤੋਂ ਹੀ ਕਹੀ ਆ ਮੈਂ ਤੁਹਾਡੇ ਕੋਲ AK-47 ਦੀ ਜਿਹੜੀ ਉੱਥੋਂ ਆਈ ਆ, AK-47 ਦੇ ਬੁਲਟ ਦੀ ਜਿਹੜੀ ਉਹਨੂੰ ਲੱਗੀ ਆ, ਉਹਦੀ ਹੈ। ਇਹਦੇ ਬਾਰੇ DGP ਪੰਜਾਬ ਕੀ ਜਵਾਬ ਦੇਣਗੇ? ਇਸ DGP ਪੰਜਾਬ ਤੇ ਇਮੀਡੀਏਟਲੀ FIR 302 ਦੀ ਕਰਕੇ ਸਿੱਧੂ ਮੂਸੇਵਾਲ ਦਾ ਜੇ ਕੋਈ ਕਾਤਲ ਆ ਤੇ ਉਹ ਪੰਜਾਬ ਪੁਲਿਸ ਦੇ ਇਹ ਆਫੀਸਰ ਨੇ। ਦੂਸਰੀ ਚੀਜ਼, ਇੱਕ ਹੋਰ ਟਵੀਟ ਕੀਤੀ ਆ ਜਿਹੜੀ ਇਹਨਾਂ ਨੇ, ਨਰਿੰਦਰ ਬਰਾੜ ਕਿਹੜਾ ਬਰਾੜ ਜਿਹਨੇ ਲਾਰੈਂਸ ਬਿਸ਼ਨੋਈ ਦਾ ਨਰਿੰਦਰ ਬਰਾੜ, ਗੋਲਡੀ ਬਰਾੜ, ਇਹ ਉਹੀ ਗੋਲਡੀ ਬਰਾੜ ਆ ਜਿਹਨੇ ਫਰੀਦਕੋਟ ਦੇ ਵਿੱਚ ਕਾਂਗਰਸ ਯੂਥ ਕਾਂਗਰਸ ਦਾ ਲੀਡਰ ਗੁਰਲਾਲ ਬਰਾੜ ਦਾ ਵੀ ਇਹਨੇ ਹੀ ਮਰਡਰ ਕੀਤਾ ਸੀ। ਇਹਦਾ ਮਤਲਬ ਕਿ ਜਿਹੜਾ ਗੋਲਡੀ ਬਰਾੜ ਆ, ਇਹ ਸਿਰਫ ਤੇ ਸਿਰਫ ਕਾਂਗਰਸੀਆਂ ਨੂੰ ਮਾਰਨ ਲਈ ਰੱਖਿਆ ਇਸ ਸਰਕਾਰ ਨੇ। ਸਭ ਤੋਂ ਲਾਸਟ ਵਿੱਚ ਬਾਕੀ ਜੋ ਮੀਡੀਆ ਕਹਿ ਰਿਹਾ, ਇਹ ਸੁਣ ਲਓ, ਤੁਹਾਡੇ ਲਈ ਉਹਨੇ ਗੱਲ ਕੀਤੀ ਆ, ਬਾਕੀ ਜੋ ਮੀਡੀਆ ਕਹਿ ਰਿਹਾ AK-47 ਚੱਲੀ, ਉਹ ਬਿਲਕੁਲ ਗਲਤ ਹੈ। ਇਵੇਂ ਫੇਕ ਨਿਊਜ਼ ਨਾ ਚਲਾਓ। ਅਸੀਂ ਸਭ ਤੇ ਵਹਿਮ ਕੱਢ ਦਿੱਤੇ ਨੇ, ਕਹਿੰਦੇ ਕਿ ਅਸੀਂ AK-47 ਦਾ ਮਤਲਬ ਕਿ ਆਫੀਸ਼ੀਅਲ ਡਾਕੂਮੈਂਟ ਪਾ ਰਿਹਾ, ਤੇ DGP ਜਵਾਬ ਦੇਵੇ ਕਿ ਇਹ ਜਿਹੜੀ
ਉਹਨੇ ਜਿਹੜੀ ਗੱਲ ਕਹੀ ਹੈ ਕਿ ਉਹ ਜਿਹੜਾ ਵੈਪਨ ਹੈ AK-47 ਉਹ ਪੁਲਿਸ ਦਾ ਕਿ ਜਾਂ ਗੈਂਗਸਟਰਾਂ ਦਾ। ਜਿਹੜੀਆਂ ਬੁਲਟ ਪ੍ਰੂਫ ਦੀਆਂ ਗੱਲਾਂ ਕੀਤੀਆਂ, ਬਿਲਕੁਲ DGP ਝੂਠ ਬੋਲ ਰਿਹਾ। ਮੇਰਾ ਖਿਆਲ ਹੈ ਕਿ ਭਗਵੰਤ ਮਾਨ, ਜਿੱਦਾਂ ਤੁਸੀਂ ਪ੍ਰਧਾਨ ਜੀ ਰਾਘਵ ਚੱਡਾ ਦੀ ਗੱਲ ਕੀਤੀ ਆ, ਮੈਂ ਹੋਮ ਮਿਨਿਸਟਰ ਹਾਂ ਔਰ ਉਸੇ ਕੋਠੀ ਦੇ ਵਿੱਚ ਰਿਹਾ, ਤੁਸੀਂ ਸਾਰੇ ਮੇਰੀ ਉੱਥੇ ਇੰਟਰਵਿਊ ਕਰਨ ਆਉਂਦੇ ਰਹੇ ਹੋ। ਉਹਦੀ ਸਿਕਿਉਰਿਟੀ ਤੇ ਅੱਜ ਜਿਹੜਾ ਬਿਨਾਂ ਸਿਰ ਪੈਰ ਤੋਂ ਆ, ਜਿਹੜਾ ਟੈਰਰਿਜ਼ਮ ਦੇ ਟਾਈਮ 'ਚ ਜਿਹੜਾ ਜੰਮਿਆ ਵੀ ਨਹੀਂ ਸੀ, ਅੱਜ ਉਹਦੀ ਕੋਠੀ ਦੇ ਬਾਹਰ 5 ਸਿਕਿਉਰਿਟੀ ਗਾਰਡ, 5 ਟਾਵਰ ਲਾਗੇ ਨੇ ਜਿੱਥੇ ਸਿਕਿਉਰਿਟੀ ਉਹਦੀ ਕਰ ਰਹੇ ਨੇ। ਤੇ ਉਹਨੂੰ ਕਿਹੜਾ ਚੀਨ ਦੀ ਲੜਾਈ ਦੀ ਲੱਗਣ ਲੱਗੀ ਹੈ ਵੀ ਜਿਹੜਾ ਉਹਨੂੰ ਇੰਨਾ ਕੁਝ ਦਿੱਤਾ। ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ। ਔਰ ਤੁਹਾਨੂੰ ਯਾਦ ਹੋਣਾ ਜਦੋਂ ਜਿਹੜੀ 2017 ਦੀ ਇਲੈਕਸ਼ਨ ਹੋਈ ਆ, ਇਹੀ ਕੇਜਰੀਵਾਲ ਕਿਸ ਅੱਤਵਾਦੀ ਦੇ ਘਰ ਉੱਥੇ ਜਾ ਕੇ ਮੋਗੇ ਦੇ ਵਿੱਚ ਰਿਹਾ ਤੇ ਜਿਹੜਾ ਸਾਰਾ ਅੱਤਵਾਦ ਹੋ ਕੇ ਤੇ ਇਹ ਫਿਰ ਪੁਰਾਣੇ ਕਨੈਕਸ਼ਨ ਜੋੜ ਕੇ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਆ ਔਰ ਪੰਜਾਬ ਨੂੰ ਇਹ ਬਰਬਾਦ ਕਰਨਾ ਚਾਹੁੰਦੇ ਆ। ਅਸੀਂ ਸਾਰੇ ਇਹ ਚੀਜ਼ ਤੇ ਹੈਗੇ ਆ ਕਿ ਇਹਦੀ ਜਿਵੇਂ ਇਹਨਾਂ ਨੇ ਕਿਹਾ ਸਿਟਿੰਗ ਜੱਜ, CBI ਔਰ NIA ਨੂੰ ਤਿੰਨਾਂ ਨੂੰ ਇਮੀਡੀਏਟਲੀ ਪੰਜਾਬ 'ਚ ਐਂਟਰ ਕਰਨਾ ਚਾਹੀਦਾ। ਔਰ ਇਹਨਾਂ ਦੇ ਜਿਹੜੇ ਭਗਵੰਤ ਮਾਨ ਦੇ ਜਿਹੜੇ ਟਵੀਟ ਨੇ, ਜਿਹੜਾ ਮੈਂ ਬੜਾ ਭਾਵਕ ਆ, ਇਹੋ ਜਿਹੀ ਚੀਜ਼ ਨਹੀਂ, ਇਹਨੂੰ ਸਾਹਮਣੇ ਆਉਣਾ ਚਾਹੀਦਾ ਸੀ ਪ੍ਰੈਸ ਨੂੰ। ਅੱਜ DGP ਨਹੀਂ ਸੀ ਹੋਣਾ ਚਾਹੀਦਾ। ਏਡਾ ਵੱਡਾ ਬਾਰਡਰ ਪੰਜਾਬ 'ਚ ਹੈ, ਇਹਦੇ ਤੇ ਮੁੱਖ ਮੰਤਰੀ ਨੂੰ ਸਾਹਮਣੇ ਹੋਣਾ ਚਾਹੀਦਾ। ਤੀਸਰੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਕਿ ਅਸੀਂ ਬਾਕੀ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਜਿਵੇਂ ਟੈਰਰਿਜ਼ਮ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇੱਥੇ ਬੈਠ ਕੇ ਪੰਜਾਬ ਨੂੰ ਜਿੰਨਾ ਬਚਾਇਆ, ਇਹਨਾਂ ਨੂੰ ਹੁਣ ਪਾਰਟੀਬਾਜ਼ੀ ਤੋਂ ਪ੍ਰਧਾਨ ਜੀ ਉੱਠ ਕੇ ਉਹਨਾਂ ਨੂੰ ਅਪੀਲ ਕਰੋ, ਸਾਰੇ ਇਕੱਠੇ ਹੋ ਕੇ ਇਹ ਚੀਜ਼ ਦਾ ਡਟ ਕੇ ਮੁਕਾਬਲਾ ਕਰੀਏ ਔਰ ਇਸ ਗੁੰਡਾਇਜ਼ਮ ਨੂੰ ਖਤਮ ਕਰੀਏ। ਜਿਹੜੀਆਂ ਸਿਕਿਉਰਟੀਆਂ ਵਾਪਸ ਲਈਆਂ, ਜਿਹੜੇ ਡੇਰਾ ਬਿਆਸ ਜਾਂ ਉੱਥੋਂ ਵਾਲੇ ਨੂਰ ਮਹਿਲੀਏ ਜਾਂ ਜੋ ਆਪਣੇ ਸਿੰਘ ਸਾਹਿਬਾਨ, ਇਹਨਾਂ ਦੇ ਜਿਹੜੀਆਂ ਸਿਕਿਉਰਟੀਆਂ ਲੈਣੀਆਂ, ਸਿਕਿਉਰਿਟੀ ਇਹਨਾਂ ਦੀ ਥ੍ਰੈਟ ਕਿ ਇਹਨਾਂ ਦੀ ਜਾਨ ਨੂੰ ਖਤਰਾ ਨਹੀਂ, ਇਹਨਾਂ ਦੇ ਆਨਰ ਲਈ, ਇਹਨਾਂ ਦੀ ਰਿਸਪੈਕਟ ਲਈ ਇਹ ਗੱਡੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ ਜੋ ਇਹਨੇ ਲਈਆਂ ਵਾਪਸ ਲਈਆਂ। ਇਹ ਵੀ ਬਹੁਤ ਗਲਤ ਲਈਆਂ ਔਰ ਸਿੰਘ ਸਾਹਿਬਾਨ ਨੇ ਜਿਹੜੀ ਸਿਕਿਉਰਿਟੀ ਵਾਪਸ ਕੀਤੀ, ਬਿਲਕੁਲ ਉਹਨਾਂ ਨੇ ਠੀਕ ਕੀਤਾ। ਇਸ ਲਈ ਸਾਨੂੰ ਸਾਰਿਆਂ ਨੂੰ, ਅਸੀਂ ਪ੍ਰਧਾਨ ਜੀ ਤੁਹਾਨੂੰ ਮੈਂ ਇੱਕ ਰਿਕੁਐਸਟ ਵੀ ਕਰਨੀ ਆ ਕਿ ਜਿਹੜਾ ਆਫੀਸ਼ੀਅਲ ਸੀਕ੍ਰੇਟ ਐਕਟ ਆ, ਇਹਦੇ ਮੁਤਾਬਕ ਕੱਲ੍ਹ ਸਾਨੂੰ ਹਾਈ ਕੋਰਟ 'ਚ ਅਪੀਲ ਪਾਵਾਂਗੇ ਔਰ ਉੱਥੇ ਜਿਹੜੇ ਆਫੀਸਰਾਂ ਨੇ ਡਿਸਕਲੋਜ਼ ਕੀਤਾ ਉਹਦੀ ਡਿਮਾਂਡ ਰੱਖਾਂਗੇ ਕਿ ਇਹ ਪਹਿਲਾਂ ਦੱਸੋ ਕਿ ਆਫੀਸ਼ੀਅਲ ਸੀਕ੍ਰੇਟ ਐਕਟ ਜਿਹੜਾ ਇਹ ਕੀ ਆ, ਕੀ ਡਿਸਕਲੋਜ਼ ਕੀਤਾ ਜਾ ਸਕਦਾ, ਜੇ ਨਹੀਂ ਕੀਤਾ ਜਾ ਸਕਦਾ, ਜਿਹੜੇ ਬੰਦਿਆਂ ਨੇ ਇਹਨੂੰ ਡਿਸਕਲੋਜ਼ ਕੀਤਾ, ਚੀਫ ਮਿਨਿਸਟਰ ਦੇ ਕਹਿਣ 'ਤੇ ਕੀਤਾ ਜਾਂ ਕਿਸੇ ਹੋਰ ਦੇ ਕੀਤਾ, ਉਹਨਾਂ ਦੇ ਅਗੇਂਸਟ ਇਹ ਮਰਡਰ ਦਾ FIR ਲਾਗੂ ਹੋਣੀ ਚਾਹੀਦੀ। सर SSP कह रहे हैं कि ये गैंगवार लॉरेंस बिश्नोई की ਤੁਸੀਂ ਪੋਸਟ ਪੜ੍ਹ ਕੇ ਲਾਈ ਕਿ 47 ਦੀ ਉਹਦੇ ਪਹਿਲਾਂ ਉਹ ਇਹ ਵੀ ਲਿਖ ਰਿਹਾ ਹੈ ਕਿ ਵਿੱਕੀ ਮਿੰਟੂ ਖੇੜਾ ਦਾ ਕਤਲ ਮਾਮਲੇ 'ਚ ਸਿੱਧੀ ਇਨਵੋਲਵਮੈਂਟ ਸਿੱਧੂ ਮੂਸੇਵਾਲੇ ਦੀ ਆ ਰਹੀ ਸੀ। ਉਹਦਾ ਜਿਹੜਾ ਕਲੋਜ਼ਵਨ ਹੈ ਸ਼ਗੁਨ, ਉਹ ਫਰਾਰ ਚੱਲ ਰਿਹਾ ਹੈ, ਲੁੱਕ ਆਊਟ ਨੋਟਿਸ ਵੀ ਜਾਰੀ ਹੁੰਦਾ ਹੈ, ਤਾਂ ਉਹਨੂੰ ਪਹਿਲਾਂ ਵੀ ਕਈ ਵਾਰ ਸਮਝਾਇਆ। ਹਾਲਾਂਕਿ ਗੈਂਗਵਾਰ ਸਾਰੇ ਪੁਲਿਸ ਅਧਿਕਾਰੀ ਦੇ ਕਹਿੰਦੇ ਨਜ਼ਰ ਆ ਰਹੇ, ਉਹ ਤੁਸੀਂ ਕਿਸ ਤਰ੍ਹਾਂ ਵੇਖੋ? देखो, मैं पहले ही कह चुका है कि आम आदमी पार्टी पिछले कई दिनों तो जो सरकार बनी है उदों तो मूसेवाला के उपर तंज कसदी नज़र आई, ये भी नज़र आई कि असीं इंक्वायरी करांगे और अज अचनचेत पूरे मर्डर तो बाद ये गल कह देनी कि ये गैंग वॉर है जां सिद्धू मूसेवाले का किसी दे मर्डर च इन्वॉल्वमेंट है, पूरी जांच पहला करनी चाहिए सी। ਉਹਨੂੰ ਕਿਸੇ ਜਾਂਚ ਬੁਲਾਉਣਾ ਚਾਹੀਦਾ ਸੀ, ਉਹਨੂੰ ਕੋਈ ਸੰਮਨ ਕੱਟਿਆ ਹੋਵੇ। ਅਚਨਚੇਤ ਉਹਦੇ ਜਾਣ ਤੋਂ ਬਾਅਦ ਮੈਨੂੰ ਲੱਗਦਾ ਕਿ ਇਹ ਪੁਲਿਸ SSP ਮਾਨਸਾ ਨੂੰ ਤੇ DG ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਨੂੰ ਅਫਸੋਸ ਜ਼ਾਹਿਰ ਕਰਨਾ ਚਾਹੀਦਾ ਹੈ, ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ। ਮਾਤਾ ਜੀ ਦੀ ਤੁਸੀਂ ਵੀਡੀਓ ਦੇਖੀ ਹੋਣੀ, ਉਹ ਚੀਕਾਂ ਮਾਰ ਕੇ ਗਾਲਾਂ ਕੱਢ ਰਹੀ ਹੈ, ਜਿਹਨੇ ਆਪਦੀ ਛਾਤੀ ਦਾ ਦੁੱਧ ਪਿਆ ਕੇ 6.25 ਫੁੱਟ ਦਾ ਗੱਭਰੂ ਜਵਾਨ ਪੁੱਤ, ਜਿਹਦੀ ਦੁਨੀਆ ਦੇ ਵਿੱਚ ਲੋਕ ਗੱਲਾਂ ਕਰਦੇ ਹੁਣ ਆਪਦੇ ਹੱਥੋਂ ਗਵਾ ਲਿਆ ਹੋਵੇ। ਚਾਹੀਦਾ ਇਹ ਸੀ ਕਿ DGP ਪੰਜਾਬ ਉੱਥੇ ਜਾਂਦਾ, ਚਾਹੀਦਾ ਇਹ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਉੱਥੇ ਜਾਂਦਾ ਤੇ ਅਫਸੋਸ ਜਤਾਉਂਦਾ
ਨਾ ਕਿ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਤੇ ਡੀਜੀ ਪੰਜਾਬ ਤੇ ਐਸਐਸਪੀ ਇਹ ਗੱਲ ਕਹਿਣ ਕਿ ਇਹ ਗੈਂਗਵਾਰ ਦਾ ਹਿੱਸਾ ਹੈ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਔਰ ਉਸ ਮਾਂ ਪਿਓ ਤੋਂ ਮਾਫੀ ਮੰਗਣੀ ਚਾਹੀਦੀ। ਸਰਦਾਰ ਅਰਨਾ ਸਿੰਘ ਜਿਹੜੀ ਅੱਜ ਪੀਸੀ ਹੋਈ ਹੈ, ਜਿਹੜੀ ਤੁਸੀਂ ਵੇਖੀ ਹੈ, ਇਹਦੇ ਵਿੱਚ ਜਿਹੜੇ ਡੀਜੀਪੀ ਸਾਹਿਬ ਸੀਗੇ, ਤੁਸੀਂ ਵੀ ਸੀ ਪਹਿਲਾਂ ਇੱਕ ਸ਼ੋਕ ਪ੍ਰਗਟ ਕੀਤਾ, ਡੀਜੀਪੀ ਸਾਹਿਬ ਸੀਗੇ ਨਾਲ ਡਾਕਟਰ ਸੁਖਚੈਨ ਸਿੰਘ ਸੀਗੇ ਆਫੀਸਰ। ਇਹ ਜਦੋਂ ਪੀਸੀ ਦੇ ਵਿੱਚ ਆ ਕੇ ਜਦੋਂ ਤੁਸੀਂ ਵੇਖਿਆ ਹੋਣਾ ਟੀਵੀ ਤੇ ਕਿ ਬੜੀ ਇੱਕ ਸਮਾਈਲ ਦੇ ਨਾਲ ਆ ਕੇ ਪੂਰਾ ਵਾਕਿਆ ਦੱਸ ਦਿੰਦੇ ਨੇ। ਉਸ ਤੋਂ ਬਾਅਦ ਉਹ ਇਨਫੋਰਮੇਸ਼ਨ ਦਿੰਦੇ ਜਿਹੜੀ ਕਿ ਅਸੀਂ 4-5 ਘੰਟੇ ਤੋਂ ਸੋਸ਼ਲ ਮੀਡੀਆ ਆਪਣੇ ਚੈਨਲ ਤੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਸਿਰਫ ਇੱਕ ਗਰਾਊਂਡ ਵਾਲੀ ਗੱਲ ਵੱਖਰੀ ਸੀਗੀ। ਕੀ ਲੱਗਦਾ ਤੁਹਾਨੂੰ ਕਿ ਉਹਨਾਂ ਨੂੰ ਤੁਸੀਂ ਕਹਿੰਦੇ ਡੀਜੀ ਅਫਸੋਸ ਕਰਨ ਨਹੀਂ ਆਇਆ, ਡੀਜੀ ਅਫਸੋਸ ਨਹੀਂ ਕਰਨੀ ਆਇਆ। ਮੈਂ ਹਿਮਾਚਲ ਤੋਂ ਚੱਲਿਆ, ਮੇਰੇ ਨਾਲ ਮੇਰੇ ਬੱਚੇ ਸੀ, ਮੈਂ ਵਿਆਹ ਤੇ ਗਿਆ ਸੀ। ਰਾਤ ਮੇਰੀ ਬੱਚੀ ਰੋਂਦੀ ਆਈ ਆ, ਹੁਣੇ ਇੱਥੋਂ ਰੰਧਾਵਾ ਸਾਹਿਬ ਨੇ ਉਹਨੂੰ ਭੇਜਿਆ ਵੀ ਤੂੰ ਘਰੇ ਜਾ। ਕੋਈ ਵੀ ਐਰਾ ਕਹਿ ਰਿਹਾ ਵੀ ਵਿਚਾਰਾ ਚਲਾ ਜਾਵੇ ਇਸ ਦੁਨੀਆ ਤੋਂ, ਕੋਈ ਵੀ ਨੌਜਵਾਨ ਸਾਥੀ, ਹਰ ਵਿਅਕਤੀ ਦੇ ਮਨ ਦੇ ਵਿੱਚ ਅਫਸੋਸ ਸਮਾਈਲ ਕਿਉਂ ਸੀ ਸਰ? ਕਾਰਨ ਕੀ ਹੈ? ਮੈਂ ਸਮਝਦਾ ਬੇਸ਼ਰਮੀ ਦੀ ਹੱਦ ਹੁੰਦੀ ਹੈ। ਅਗਰ ਪੰਜਾਬ ਦਾ ਡੀਜੀਪੀ ਹੱਸ ਰਿਹਾ ਹੈ, ਪ੍ਰੈਸ ਕਾਨਫਰੰਸ ਕਰ ਰਿਹਾ ਹੈ ਤੇ ਉਹਦੇ ਮਨ ਤੇ ਕੋਈ ਚਿੰਤਾ ਨਹੀਂ ਹੈ, ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰ ਤੇ ਡੀਜੀਪੀ ਕਿੰਨੇ ਗੰਭੀਰ ਸਨ। ਮੈਂ ਸਮਝਦਾ ਹਰ ਵਿਅਕਤੀ ਚਾਹੇ ਸਿੱਧੂ ਮੂਸੇ ਨੂੰ ਵਾਲੇ ਨੂੰ ਸੁਣਦਾ ਸੀ ਜਾਂ ਨਹੀਂ ਸੁਣਦਾ ਸੀ। ਅੱਜ ਦਿੱਲੀ ਤੋਂ ਕਈ ਲੋਕਾਂ ਦੇ ਫੋਨ ਆਏ, ਬਾਹਰੋਂ ਲੋਕਾਂ ਦੇ ਫੋਨ ਆਏ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਾਡੀ ਉਹਨਾਂ ਨਾਲ ਸਾਂਝ ਹੈ। ਉਹ ਇੱਕ ਪਿਆਰਾ ਵਿਅਕਤੀ ਸੀ ਪੰਜਾਬ ਦੇ ਲਈ, ਪੰਜਾਬ ਦਾ ਉਹਨੇ ਨਾਮ ਰੌਸ਼ਨ ਕੀਤਾ। ਸੋ ਮੈਨੂੰ ਲੱਗਦਾ ਹੈ ਕਿ ਇਹ ਬੇਸ਼ਰਮੀ ਦੀ ਹੱਦ ਹੈ। ਬਿਲਕੁਲ ਸਾਨੂੰ ਐਸਆਈਟੀ ਦੇ ਇੱਕ ਸੈਕਿੰਡ ਬਿਲਕੁਲ ਐਸਆਈਟੀ ਤੇ ਕੋਈ ਸਾਨੂੰ ਵਿਸ਼ਵਾਸ ਨਹੀਂ ਹੈ। ਐਸਆਈਟੀ ਅੰਡਰ ਸਿਟਿੰਗ ਜੱਜ, ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਐਨਆਈਏ ਇਹ ਸੀਬੀਆਈ ਇੰਡੀਪੈਂਡੈਂਟ ਇਨਕੁਆਇਰੀ ਕਰੇ। ਔਰ ਅਗਰ ਇਹ ਗੱਲ ਸੱਚ ਹੈ ਕਿ ਰॉ ਇੰਟੈਲੀਜੈਂਸੀ ਦੀ ਰਿਪੋਰਟ ਦੇ ਮੁਤਾਬਕ ਸਿੱਧੂ ਮੂਸੇਵਾਲੇ ਨੂੰ ਖਤਰਾ ਸੀ ਤੇ ਉਹਨਾਂ ਨੇ ਚਿੱਠੀਆਂ ਲਿਖ ਕੇ ਚਿੰਤਾ ਜ਼ਾਹਿਰ ਕੀਤੀ ਔਰ ਉਹ ਕਾਗਜ਼ ਡਾਕੂਮੈਂਟਸ ਉਹ ਹਿੱਸਾ ਨੇ ਫਾਈਲਾਂ ਦਾ, ਤਾਂ ਜਿਹੜੇ ਆਫੀਸਰਾਂ ਨੇ ਇਹ ਉਹਦੀ ਸਿਕਿਉਰਿਟੀ ਵਿਡਰਾ ਕੀਤੀ ਉਹਨਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। अगर ये सिक्योरिटी विड्रॉ ना कर दे तो शायद उन्होंने मर्डर ना हो। और भी जो लोगों की विड्रॉ हुई है 400 पुस्तक की हुई, उससे पहले भी हुई, क्या दोबारा रिव्यू होना चाहिए? आपको लगता है कि इसके लिए एक मिनट ਤੁਹਾਨੂੰ से मिलेंगे? ਬਦਕਿਸਮਤੀ ਆ ਸਾਡੀ ਪੰਜਾਬ ਦੀ ਕਿ ਜਿਹੜੇ ਤੁਸੀਂ ਸਿਕਿਉਰਿਟੀ ਵਿਡਰॉ ਦੀ ਗੱਲ ਕਰਦੇ, ਇਹ ਤੇ ਕਿ ਜਿਹੜਾ ਡੀਜੀਪੀ ਪ੍ਰੈਜ਼ੈਂਟ ਡੀਜੀਪੀ ਔਰ ਡੀਜੀਪੀ ਇੰਟੈਲੀਜੈਂਸ, ਇਹਨਾਂ ਨੇ ਅੱਜ ਤੱਕ ਫੀਲਡ 'ਚ ਕਦੀ ਵੀ ਕੋਈ ਨੌਕਰੀ ਨਹੀਂ ਕੀਤੀ, ਕਿਤੇ ਵੀ ਇਹਨਾਂ ਨੂੰ ਪੋਸਟਿੰਗ ਨਹੀਂ ਹੋਈ। ਇਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ 'ਚ ਲਾਅ ਐਂਡ ਆਰਡਰ ਨੂੰ ਕਿਵੇਂ ਕੰਟਰੋਲ ਕਰਨਾ, ਪੰਜਾਬ 'ਚ ਲੋਕਾਂ ਨੇ ਕੀ, ਜਿਵੇਂ ਇਹਨਾਂ ਨੇ ਕਿਹਾ ਕਿ ਸਮਾਈਲ ਦੇ ਰਹੇ ਨੇ, ਆਪਣੇ ਪੁੱਤ ਦੇ ਗੋਲੀ ਲੱਗੇ ਹੋਏ ਤੇ ਫਿਰ ਇਹਨਾਂ ਦੇ ਮੂੰਹ ਤੇ ਸਮਾਈਲ ਦੇਖੇ ਤੇ ਫਿਰ ਤੁਹਾਨੂੰ ਪੁੱਛਾਂਗੇ ਕਿ ਉਹਨਾਂ ਦੇ ਸਮਾਈਲ ਸੀ ਕਿ ਰੋਂਦੇ ਆ ਰਹੇ ਸੀ। ਸ਼ਰਮ ਆਉਣੀ ਚਾਹੀਦੀ ਆ ਕਿ ਜਿਹੜੇ ਆਦਮੀ ਆ ਕੇ ਪ੍ਰੈਸ ਕਾਨਫਰੰਸ 'ਚ ਬੜਾ ਸਮਾਈਲਿੰਗ ਫੇਸ ਲੈ ਕੇ ਜਾਣ, ਇਹ ਗਲਤ ਗੱਲ ਹੈ। ਸਵਾਲਾਂ ਤੋਂ ਕਿਉਂ ਬਚ ਰਹੇ ਸੀਗੇ? ਕੀ ਲੱਗਦਾ ਸਵਾਲਾਂ ਤੋਂ ਕਿਉਂ ਬਚ ਰਹੇ ਸੀਗੇ? कांग्रेस सेंटर होम मिनिस्ट्री को ले गई, ग्राउंड पे सर्विस सेंटर होम मिनिस्ट्री को अप्रोच करें। ਅਸੀਂ ਪ੍ਰਧਾਨ ਜੀ ਦੀ ਅਗਵਾਈ 'ਚ ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਔਰ ਗਵਰਨਮੈਂਟ ਆਫ ਇੰਡੀਆ 'ਚ ਹੋਮ ਮਿਨਿਸਟਰ ਨੂੰ ਵੀ ਮਿਲਾਂਗੇ। ਇਸ ਚੀਜ਼ ਨੂੰ ਪੰਜਾਬ 80 ਦੇ ਦਹਾਕੇ ਤੁਸੀਂ ਜਿੰਨੇ ਬੈਠੇ ਹੋ, ਤੁਹਾਡੇ ਕਿਸੇ ਨੇ 80 ਦਾ ਸੰਤਾਪ ਨਹੀਂ ਦੇਖਿਆ। ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਕਿ ਇਹ ਕਿਵੇਂ ਸੇਕ ਲੱਗੇ ਨੇ, ਜਿਨ੍ਹਾਂ ਦੇ ਘਰਾਂ ਦੇ ਦੀਵੇ ਬੁਝ ਗਏ, ਜਿਹੜੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ, ਉਹਦੇ 'ਚ ਵੀਕੇ ਬਾਬਰਾ ਨੂੰ ਨਹੀਂ ਪਤਾ, ਉੱਥੇ ਪ੍ਰਮੋਦ ਕੁਮਾਰ ਨੂੰ ਨਹੀਂ ਪਤਾ, ਉਹਦੇ 'ਚ ਸੁਖਚੈਨ ਗਿੱਲ ਨੂੰ ਨਹੀਂ ਪਤਾ, ਉਹਦੇ 'ਚ ਮੇਰਾ ਖਿਆਲ ਕਿ ਇਸ ਟਾਈਮ ਦੇ ਮੁੱਖ ਮੰਤਰੀ ਨੂੰ ਮੇਰਾ ਖਿਆਲ ਉਸ ਟਾਈਮ ਜੰਮੇ ਵੀ ਨਹੀਂ ਹੋਣੇ, ਜਿਨ੍ਹਾਂ ਨੂੰ ਇਹ ਪੰਜਾਬ ਦੀ ਇਹ ਚੀਜ਼ ਦਾ ਨਹੀਂ ਪਤਾ। ਪੰਜਾਬ ਹਿੰਦੁਸਤਾਨ ਦਾ ਹੈੱਡ ਆ, ਜਿਹਦੀ ਹਿਫਾਜ਼ਤ ਕਰਨਾ ਉਹਦੇ 'ਚ ਓਨਾ ਹੀ ਰੋਲ ਗਵਰਨਮੈਂਟ ਆਫ ਇੰਡੀਆ ਦਾ ਜਿੰਨਾ ਪੰਜਾਬ ਦਾ। ਇਸ ਕਰਕੇ ਸਾਨੂੰ ਸਾਰਿਆਂ ਨੂੰ, ਖਾਸ ਕਰਕੇ ਮੈਂ ਪ੍ਰੈਸ ਵਾਲਿਆਂ ਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਪ੍ਰੈਸ ਵਾਲੇ ਉਸ ਟਾਈਮ ਤੇ ਸ਼ਹੀਦ ਹੋਏ ਸੀ, ਮੇਰਾ ਖਿਆਲ ਹੋਰ ਕੋਈ ਨਹੀਂ ਹੋਇਆ। ਪ੍ਰੈਸ ਵਾਲੇ ਤੁਹਾਡੀ ਸਾਡੇ ਨਾਲ ਵੀ ਵੱਧ
ਇਸ ਵੇਲੇ ਡਿਊਟੀ ਬਣਦੀ ਹੈ ਕਿ ਤੁਸੀਂ ਪੰਜਾਬ ਨੂੰ ਕਿਵੇਂ ਬਚਾਉਣਾ। ਇਹਨਾਂ ਦੀਆਂ ਗੱਲਾਂ 'ਚ ਨਾ ਆਓ, ਇਹਨਾਂ ਦੀਆਂ ਸਮਾਈਲਾਂ 'ਤੇ ਨਾ ਆਓ। ਜੇ ਸਮਾਈਲ ਕੀਤੀ ਸੀ ਡੀਜੀਪੀ ਨੇ ਜਾਂ ਅੱਜ ਨੇ, ਤੁਹਾਨੂੰ ਇਮੀਡੀਏਟਲੀ ਉਸ ਵੇਲੇ ਵਾਕਆਊਟ ਕਰਕੇ ਉਠਾਉਣਾ ਚਾਹੀਦਾ ਸੀ। ਸਰ ਸਵਾਲ ਕਿਉਂ ਮੰਨੇ ਜਿਹੜੇ ਡੀਜੀਪੀ ਸਾਹਿਬ ਹੁਣ ਲੱਗੇ ਨੇ ਇਹ ਤੁਹਾਡੀ ਸਰਕਾਰ ਵੱਲੋਂ ਲਾਏ ਗਏ ਸੀ ਤੇ ਉਹੀ ਡੀਜੀਪੀ ਕੰਟੀਨਿਊ ਕੀਤੇ ਤਾਂ ਹੁਣ ਤੁਸੀਂ ਸਾਰਾ ਨਜ਼ਲਾ ਡੀਜੀਪੀ ਸਾਹਿਬ ਤੋਂ ਉਕੇਰ ਰਹੇ ਹੋ ਸਾਰੇ ਸਿਕਿਉਰਿਟੀ ਲੈਪਸ ਹੈਗਾ ਵੀ ਪਰ ਤੁਸੀਂ ਕੀ ਸਮਝਦੇ ਹੋ ਕਿ ਇਸ ਗਵਰਨਮੈਂਟ ਦੇ ਵਿੱਚ ਜਦੋਂ ਪਹਿਲੀ ਗਵਰਨਮੈਂਟ ਚ ਲਾਏ ਗਏ ਸੀ ਕੰਪੀਟੈਂਟ ਆਫੀਸਰ ਦੇਖ ਕੇ ਲਾਏ ਸੀ ਜਾਂ ਉਦੋਂ ਹੁਣ ਗਵਰਨਮੈਂਟ ਇਨਕੰਪੀਟੈਂਟ ਹੈ ਜਾਂ ਆਫੀਸਰ ਇਨਕੰਪੀਟੈਂਟ? ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਵੇਲੇ ਸਾਡਾ ਲਾਸਟ ਦਿਨ ਸੀਗਾ ਉਸ ਵੇਲੇ ਜਿਹੜਾ ਪੈਨਲ ਆਇਆ ਉਹਦੇ ਸੀਨੀਅਰ ਮੋਸਟ ਇਹੀ ਸੀਗਾ, ਉਹ ਸਾਨੂੰ ਇਲੈਕਸ਼ਨ ਕਰਕੇ ਸੀਨੀਅਰ ਮੋਸਟ ਦਾ ਹੀ ਨਾਂ ਭੇਜਣਾ ਪੈਣਾ ਸੀ, ਜਿਹੜੀ ਸਾਡੀ ਗਲਤੀ ਆ। ਮੈਂ ਐਕਸੈਪਟ ਕਰਦਾ ਕਿ ਉਸ ਵੇਲੇ ਇਹ ਲਿਖਣਾ ਚਾਹੀਦਾ ਸੀ ਮੈਨੂੰ ਹੀ, ਮੈਂ ਮੰਨਦਾ ਕਿ ਮੇਰੀ ਗਲਤੀ ਆ। ਜੇ ਹੋਮ ਮਿਨਿਸਟਰ ਮੈਨੂੰ ਲਿਖਣਾ ਚਾਹੀਦਾ ਸੀ ਕਿ ਇਹਦੀ ਇੰਟੈਗ੍ਰਿਟੀ ਡਾਊਟਫੁਲ ਆ। ਜੋ ਅੱਜ ਕੀਤੀ ਆ ਵਾਕਈ ਉਹ ਪ੍ਰੂਵ ਹੋ ਗਿਆ ਕਿ ਇਹਦੀ ਇੰਟੈਗ੍ਰਿਟੀ ਪਹਿਲੇ ਦਿਨ ਤੋਂ ਹੀ ਡਾਊਟਫੁਲ ਸੀ ਔਰ ਡਾਊਟਫੁਲ ਹੀ ਰਹੀ ਹੈ। ਤੁਸੀਂ ਇੱਕ ਸੈਂਟਰਲ ਜਿਹੜਾ ਫੋਰਸਿਸ ਨੇ ਐਨਆਈਏ ਜਿਹੜੀਆਂ ਸੈਂਟਰਲ ਫੋਰਸਿਸ ਨੇ ਸੈਂਟਰਲ ਏਜੰਸੀਆਂ ਨੇ ਜੇ ਅਸੀਂ ਉਹਨਾਂ ਦੀ ਸਿੱਧੀ ਇੰਟਰਵੈਂਸ਼ਨ ਮੰਗਦੇ ਹਾਂ ਤਾਂ ਫਿਰ ਜਿਹੜੀ ਸਟੇਟ ਪੁਲਿਸ ਹੈ ਜਾਂ ਜੋ ਬੀਜੇਪੀ ਜਾ ਰਹੀ ਹੈ ਬੀਜੇਪੀ ਤੇ ਕਾਂਗਰਸ ਦੇ ਕਨੈਕਟ ਹੈ ਇਸ ਗੱਲ। ਸਰਦਾਰ ਸਾਹਿਬ, ਮੈਨੂੰ ਲੱਗਦਾ ਕਿ ਤੁਸੀਂ ਜਿਹੜਾ ਸਵਾਲ ਹੈ ਇਹ ਗਲਤ ਪਾਸੇ ਲੈ ਕੇ ਜਾ ਰਹੇ ਹੋ। ਜਦੋਂ ਸਾਨੂੰ ਹੁਕਮਰਾਨ ਸਰਕਾਰ ਤੇ ਮੌਜੂਦਾ ਹਾਲਾਤ ਦੇ ਡੀਜੀਪੀ ਤੇ ਜਿਸ ਦੀ ਵਜ੍ਹਾ ਦੇ ਕਰਕੇ ਸਾਡਾ ਇੱਕ ਪਿਆਰਾ ਸਾਥੀ ਜਿਹਨੇ ਦੁਨੀਆ 'ਚ ਆਪਦਾ ਨਾਂ ਰੋਸ਼ਨ ਕੀਤਾ ਸੀ ਉਹ ਚਲਾ ਗਿਆ ਹੋਵੇ, ਅਸੀਂ ਇਸ ਕਰਕੇ ਮੰਗ ਕਰਦੇ ਹਾਂ ਕਿ ਇਹ ਇਨਕੁਆਇਰੀ ਜਿਹੜੀ ਸਿੱਟ ਬਣਾਈ ਹੈ ਜਾਂ ਤਾਂ ਸਿਟਿੰਗ ਜੱਜ ਦੇ ਤਹਿਤ ਹੋਵੇ ਔਰ ਇਹਦੇ ਵਿੱਚ ਬਾਹਰਲੀਆਂ ਏਜੰਸੀਆਂ ਵੀ NIA CBI ਅਗਰ ਵਾਸਤਵ ਦੇ ਵਿੱਚ ਇਹਦੇ ਵਿੱਚ ਕੁਤਾਹੀ ਹੋਈ ਹੈ ਜੋ ਅਸੀਂ ਕਹਿੰਦੇ ਹਾਂ ਕਿ ਹੋਈ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਪੰਜਾਬ ਦੇ ਲੋਕਾਂ ਤੇ ਜਾਂ ਪੰਜਾਬ ਪੁਲਿਸ ਦੇ ਜਵਾਨਾਂ ਤੇ ਕੌਨਫੀਡੈਂਸ ਨਹੀਂ, ਬਿਲਕੁਲ ਹੈਗਾ, ਲੇਕਿਨ ਜਿਹੜਾ ਮੁਖੀ ਹੈ ਪੰਜਾਬ ਪੁਲਿਸ ਦਾ ਤੇ ਜਿਹੜਾ ਉਹਦਾ ਗ੍ਰਹਿ ਮੰਤਰੀ ਹੈ ਮੁੱਖ ਮੰਤਰੀ ਹੈ ਉਹਦੇ ਤੇ ਵਿਸ਼ਵਾਸ ਨਹੀਂ ਜੀ। ਅੱਗੇ ਤੋਂ ਵੀ ਐਸੀ ਬਾਤ ਨਾ ਕਿ ਇਸ ਲਈ ਪੰਜਾਬ ਦੇ ਲੋਕ ਕੁਝ ਕਹਿਣਾ ਚਾਹੁੰਦੇ ਕਿ ਬਹੁਤ ਵੱਡੀ ਵਾਰਦਾਤ ਅੱਜ ਹੋ ਚੁੱਕੀ ਹੈ, ਸਿਕਿਉਰਿਟੀ ਹੋਰ ਵੀ ਬਹੁਤ ਸਾਰੀਆਂ ਵਾਪਸ ਹੋਈਆਂ। ਸਰ ਇਹਦੇ ਨਾਲ ਇੱਕ ਸਵਾਲ ਹੋ ਰਿਹਾ ਸਾਹਮਣੇ ਲਾਅ ਐਂਡ ਆਰਡਰ ਤੁਸੀਂ ਗੱਲ ਕਰਦੇ ਹੋ ਕਿ ਹੁਣ ਬਬੀਹਾ ਗਰੁੱਪ ਜਿਹੜਾ ਹੈ ਕਿ ਲਾਰੈਂਸ ਗਰੁੱਪ ਤੇ ਬਬੀਹਾ ਗਰੁੱਪ ਆਪਸ ਵਿੱਚ ਕਾਫੀ ਕੱਟੜ ਦੁਸ਼ਮਣ ਨੇ ਤੇ ਬਬੀਹਾ ਗਰੁੱਪ ਵੱਲੋਂ ਵੀ ਪੋਸਟ ਪਾਈ ਗਈ ਹੈ ਕਿ 2 ਦਿਨ ਦਾ ਤੁਸੀਂ ਇੰਤਜ਼ਾਰ ਕਰੋ ਅਸੀਂ ਜਵਾਬ ਦੇਵਾਂਗੇ। ਇਹਦਾ ਮਤਲਬ ਲਾਅ ਐਂਡ ਆਰਡਰ ਕਿਤੇ ਨਾ ਕਿਤੇ ਪੰਜਾਬ ਦਾ ਹੁਣ ਖਰਾਬ ਹੋ ਰਿਹਾ ਮਾਹੌਲ ਜਿਹੜਾ ਆਪਾਂ ਗੱਲ ਕਰੀਏ। ਅਸੀਂ ਤਾਂ ਪਹਿਲੇ ਹੀ ਕਹਿ ਰਹੇ ਹਾਂ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਮੈਂ ਬਿਲਕੁਲ ਇਹ ਕਹਿਣਾ ਚਾਹੁੰਦਾ ਕੇਵਲ ਵਾਵਾ ਖੱਟਣ ਲਈ, ਕੇਵਲ ਲੋਕਾਂ ਦਾ ਮਾਈਂਡ ਡਿਵਰਟ ਕਰਨ ਲਈ ਜਾਂ ਲੋਕਾਂ ਦਾ ਧਿਆਨ ਆਪਦੀਆਂ ਨਾਕਾਮੀਆਂ ਤੋਂ ਹਟਾਉਣ ਵਾਸਤੇ ਕਿਸੇ ਦੀ ਸਿਕਿਉਰਿਟੀ ਲੈ ਕੇ ਕਿਸੇ ਦੀ ਕੋਠੀ ਲੈ ਕੇ ਕੇਵਲ ਵਾਵਾ ਖੱਟਣ ਲਈ ਇਹ ਪ੍ਰਚਾਰ ਚੰਗੀ ਗੱਲ ਨਹੀਂ ਹੈ। ਮਾਨ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਜਿਨ੍ਹਾਂ ਲੋਕਾਂ ਨੂੰ ਥ੍ਰੈਟ ਪਰਸੈਪਸ਼ਨ ਹੈਗਾ ਉਹਨਾਂ ਨੂੰ ਮੁਹੱਈਆ ਜਿਹੜੀ ਸਿਕਿਉਰਿਟੀ ਹੈ ਉਹ ਕਰਾਉਣੀ ਚਾਹੀਦੀ ਹੈ। ਬੇਸ਼ੱਕ ਉਹ ਕਾਂਗਰਸੀ ਹੈ, ਬੇਸ਼ੱਕ ਉਹ ਅਕਾਲੀ ਹੈ, ਬੇਸ਼ੱਕ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ। ਤੇ ਮੈਂ ਸਮਝਦਾ ਕਿ ਇਹ ਨਲਾਇਕੀ ਹੈ ਜੋ ਤੁਸੀਂ ਸਵਾਲ ਕੀਤਾ ਕਿ ਫਲਾਂ ਗਰੁੱਪ ਨੇ ਲਿਖਤਾ ਹੁਣ ਫਲਾਂ ਗਰੁੱਪ ਨੇ ਲਿਖਤਾ, ਇਹ ਔਰ ਸ਼ਰੇਆਮ ਪੰਜਾਬ ਦਾ DG ਇਹ ਪੜ੍ਹ ਕੇ ਸੁਣਾਉਂਦਾ ਕਿ ਇਹ ਗੈਂਗ ਵਾਰ ਤੇ ਆ ਹਿੱਸਾ ਹੈ। ਉਹ ਸ਼ਰਮ ਆਉਣੀ ਚਾਹੀਦੀ ਹੈ, ਡੁੱਬ ਕੇ ਮਰ ਜਾਣਾ ਚਾਹੀਦਾ ਹੈ ਕਿ ਪੰਜਾਬ ਦਾ DGP ਜਿਹਨੇ ਕੰਟਰੋਲ ਕਰਨਾ ਹੈ ਉਹ ਇਹ ਗੱਲ ਕਰਕੇ ਆਪਦੇ ਹੱਥ ਧੋਣਾ ਚਾਹੁੰਦਾ ਕਿ ਇਹ ਤਾਂ ਗੈਂਗ ਵਾਰ ਦਾ ਹਿੱਸਾ, ਇਹ ਤਾਂ ਹੋਣਾ ਹੀ ਸੀ। ਇਹਦਾ ਮਤਲਬ ਇਹ ਹੈ ਕਿ ਇਹ ਗੈਂਗ ਵਾਰ ਚੱਲਦੀ ਰਹੇਗੀ। ਜਿਹੜਾ ਵੱਡੇ ਵੱਡੇ ਇਸ਼ਤਿਹਾਰ ਸਰਕਾਰ ਨੇ ਅਖਬਾਰਾਂ ਚਲਾਤੇ ਕਿ ਅਸੀਂ ਟਾਸਕ ਫੋਰਸ ਬਣਾਤੀ ਹੈ ਤੇ ਖਤਮ ਕਰਤਾ ਹੈ, ਇਹਦਾ ਮਤਲਬ ਇਹ ਚੱਲਦਾ ਰਹੇਗਾ। ਸੋ ਹਾਈ ਕੋਰਟ ਤੱਕ ਜਾਏਗਾ, ਬਿਲਕੁਲ ਅਸੀਂ ਹਾਈ ਕੋਰਟ ਵੀ ਜਾਵਾਂਗੇ, ਗਵਰਨਰ ਸਾਹਿਬ ਨੂੰ ਵੀ ਮਿਲਾਂਗੇ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਜੇ ਇਨਸਾਫ ਨਾ ਮਿਲਿਆ ਤਾਂ ਅਸੀਂ ਮਿਲਾਂਗੇ। ਔਰ ਅੱਜ ਹੀ ਅਸੀਂ ਲੋਕ ਰਾਤ ਨੂੰ ਹੀ ਸਾਡੇ ਉਸ ਭਰਾ ਦੇ ਮਾਂ-ਬਾਪ ਨੂੰ ਮਿਲਣ ਵਾਸਤੇ ਹੁਣੇ ਹੀ ਅਸੀਂ ਇੱਥੋਂ ਮਾਨਸਾ ਵੀ ਸਾਰੇ ਲੋਕ ਜਾਵਾਂਗੇ ਔਰ ਅਗਲਾ ਕੀ ਪ੍ਰੋਗਰਾਮ ਹੋਏਗਾ ਇਹ ਸਾਡੇ ਉਹਨਾਂ ਪਰਿਵਾਰ ਦੇ ਮੈਂਬਰਾਂ ਨਾਲ
ਸਲਾਹ ਕਰਨ ਤੋਂ ਬਾਅਦ ਫਿਰ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਹੋਏਗਾ ਉਹ ਅਸੀਂ ਦੱਸਾਂਗੇ, ਕਿਉਂਕਿ ਅਸੀਂ ਚੈਨ ਨਾਲ ਬੈਠਣ ਵਾਲੇ ਨਹੀਂ, ਬਹੁਤ ਹੱਦ ਹੋ ਗਈ ਹੈ। ਸੋ ਬਿਲਕੁਲ ਸਾਰੀਆਂ ਜਿਹੜੀਆਂ ਮੀਟਿੰਗਾਂ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ। ਸਭ ਤੋਂ ਜ਼ਰੂਰੀ ਸਾਨੂੰ ਪੰਜਾਬ ਨੂੰ ਬਚਾਉਣਾ ਹੈ ਤੇ ਸਾਡੇ ਲੋਕਾਂ ਨੂੰ ਬਚਾਉਣ ਦਾ ਸਾਡੇ ਜੁਮੇ ਕੰਮ ਹੈ, ਸਾਡੇ ਜੁਮੇ ਹੋਰ ਕੋਈ ਕੰਮ ਨਹੀਂ। ਹਾਂਜੀ ਬਿਲकुल होंगे। भाई घटना तो कहीं भी हो सकती है, उस चीज का इंतजार नहीं करना चाहिए। हो सकता है सुबह ही हो जाए, हो सकता है अभी हो जाए किसी के साथी के साथ। जिस तरीके से सिद्धू मूसेवाला के साथ हुआ है ऐसा किसी व्यक्ति के साथ भी हो सकता है, जो इतना पॉपुलर आदमी था, जिसको दुनिया जानती थी, दुनिया जिसके ऊपर मरती थी, अगर उसके साथ ऐसा हो सकता है और आप में से मेरे जैसे किसी भी व्यक्ति के साथ भी हो सकता है। मैं एक चीज़ तुहानूं दसना चाहुंदा, 7 अप्रैल ਨੂੰ मैं DGP ਨੂੰ एक मैसेज किया और उन्हें अटिक ते आ गई ਜਾਂ नोटिड ਜਾਂ ਇਹੋ ਜਿਹਾ ਉਹਨੇ ਕੋਈ ਜਵਾਬ नहीं दिता। पंजाब की सिक्योरिटी बारे गुरपतवंत पन्नू के बारे मैं उन्होंने पाया और उसके बाद 6 मई ਨੂੰ मेरे अपने इलाके च ही खालिस्तान लिबरेशन फोर्स वालों एक बंदे ਨੂੰ आ थ्रैट गया, ਉਹਨੂੰ ਲੈਟਰ ਉਹਦੇ ਤੇ ਆਈ, ਉਹਦੇ ਮੋਬਾਈਲ ਤੇ ਉਹਨੂੰ ਮੈਸੇਜ ਆਉਂਦੇ ਰਹੇ। DGP ਨੂੰ ਪਾਇਆ, DGP ਨੇ ਅੱਜ ਤੱਕ ਨਹੀਂ ਜਵਾਬ ਦਿੱਤਾ। ਤੁਸੀਂ ਇਹ ਦੇਖੋ ਕਿ ਮੈਂ ਜਿਹੜਾ ਉਹਨੂੰ ਅਪੁਆਇੰਟ ਕਰਨ ਵਾਲਾ ਜਿਹੜਾ ਤੁਸੀਂ ਕਿਹਾ, ਮੈਂ ਚਲੋ ਉਹ ਵੀ ਨਾ ਕਰੋ, ਕੋਈ ਲੇਬੈਨ ਵੀ ਕਰਦਾ ਕਿ ਆਪ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਉਸ ਬੰਦੇ ਨੂੰ ਥ੍ਰੈਟ ਕੀਤਾ ਤੇ ਉਸ ਬੰਦੇ ਕੋਲ ਨਾ ਜਾਣਾ ਤੇ ਨਾ ਮੈਨੂੰ ਪੁੱਛਣਾ ਕਿ ਜੀ ਕੌਣ ਹੈ ਬੰਦਾ। ਤੇ ਹੋਰੇ ਤੋਂ ਵੱਧ ਇਨਕੇ ਲਈ ਕੀ ਹੈ, ਇਹ DGP ਇਮੀਡੀਏਟਲੀ ਸੈਕ ਕਰਨਾ ਚਾਹੀਦਾ।